ਓਏ ਜੇ ਆਪ ਡੁੱਬੇ ਤੁਮ ਕਹਾਂ ਤਰਾਵਣਹਾਰ। ਪਾਤਸ਼ਾਹ ਕਹਿੰਦੇ ਪੌੜੀ ਦੇ ਵਿੱਚ ਹੁਣ ਅੱਗੇ ਵਚਨ ਕਰਦੇ, ਕਹਿੰਦੇ ਸਭ ਕੋ ਤੇਰੇ ਵਸ ਤੂੰ ਸੱਚਾ ਸਾ। ਆ ਦੇਖੇ ਮੇਰੇ ਮਨਾ ਕੀ ਲਿਖਿਆ, ਸਭ ਕੋ ਤੇਰੇ ਵਸ, ਵੀ ਸਾਰਾ ਕੁਝ ਤਾਂ ਤੇਰੇ ਵਸ ਚ ਹੈ, ਉਹਦੇ ਹੁਕਮ ਚ ਹੀ ਹੈ ਸਾਰਾ ਕੁਝ। ਤੂੰ ਸੱਚਾ ਸ਼ਾਹ, ਤੂੰ ਹੈ ਸਭ ਤੋਂ ਸੱਚਾ ਸ਼ਾਹ। ਭਗਤ ਰਤੇ ਰੰਗ ਏਕ ਕੈ ਪੂਰਾ ਵੇਸਾ। ਭਗਤ ਨੇ ਜਿਹੜੇ ਉਹ ਇੱਕੋ ਹੀ ਰੰਗ ਦੇ ਵਿੱਚ ਰੱਤੇ ਹੋਏ ਨੇ, ਭਾਵ ਕਿ ਇੱਕ ਹੀ ਨੇ, ਇੱਕ ਹੋ ਕੇ ਹੁਕਮ 'ਚ ਚੱਲਦੇ ਆ। ਪੂਰਾ ਵੇਸਾ, ਉਹਨਾਂ ਨੂੰ ਵਿਸ਼ਵਾਸ ਆ ਹੁਕਮ ਤੇ। ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾ। ਆ ਦੇ ਕੀ ਲਿਖਿਆ, ਅੰਮ੍ਰਿਤ ਭੋਜਨ, ਨਾਮ ਭੋਜਨ ਆ ਉਹਨਾਂ ਦਾ। ਹੁਣ ਇੱਥੇ ਦੇਖੋ ਕੀ ਲਿਖਿਆ, ਅੰਮ੍ਰਿਤ ਭੋਜਨ ਨਾਮ। ਸੁਖਮਨੀ ਚ ਕੀ ਲਿਖਿਆ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਗਿਆਨ ਤੇ ਨਾਮ ਫਿਰ ਇੱਕ ਗੱਲ ਨਾ ਹੋਈ। ਹਰ ਇੱਕ ਗੱਲ ਦਾ ਜਵਾਬ ਗੁਰਬਾਣੀ ਚ ਪਿਆ, ਪਰ ਹੇ ਮੇਰੇ ਮਨ ਤੈਨੂੰ ਬੁੱਝਣਾ ਪਊਗਾ, ਤੈਨੂੰ ਖੋਜਣਾ ਪਊਗਾ। ਹਰ ਰੱਜ ਰੱਜ ਜਨ ਖਾ, ਗਿਆਨ ਖਾਣਾ ਹੈ। ਗਿਆਨ ਖਾ ਕੇ ਮਨ ਨੂੰ ਤ੍ਰਿਪਤੀ ਹੋਣੀ ਹੈ, ਮਨ ਦੇ ਅੰਦਰੋਂ ਭਰਮ ਖਤਮ ਹੋਣਾ, ਤਾਂ ਬੁੱਧੀ ਨੇ ਬਲਵਾਨ ਹੋ ਕੇ ਮਨ ਨੂੰ ਵਸ਼ ਕਰਨਾ। ਸਭ ਪਦਾਰਥ ਪਾਇਨ ਸਿਮਰਨ ਸਚਲਾ। ਆਹ ਹੈ ਕਹਿੰਦੇ ਸਭ ਪਦਾਰਥ, ਜਿਹੜੇ ਚਾਰ ਪਦਾਰਥ ਨੇ, ਚੇਤਨ ਬ੍ਰਹਮ ਦੀ ਜਿਹੜੀ ਅਵਸਥਾ ਹੈ ਉਹ ਪਾ ਲਈ। ਸਿਮਰਨ ਸਚਲਾ, ਕਹਿੰਦੇ ਆਹ ਲਾਹਾ ਸੀ ਜੁੜਨ ਦਾ, ਆਤਮਾ ਪ੍ਰਾਤਮਾ ਇੱਕ ਕਰਨ ਦਾ, ਮਨ ਨੂੰ ਵਸ ਚ ਕਰਨ ਦਾ। ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾ। ਸੰਤ ਪਿਆਰੇ, ਫਿਰ ਕਹਿੰਦੇ ਆਪਣਾ ਮੂਲ ਚੰਗਾ ਲੱਗਦਾ ਹੈ, ਪਾਰ ਬ੍ਰਹਮ ਹੈ, ਸਾਰਾ ਸੱਚਖੰਡ ਦੇ ਨਾਲ ਸੋਝੀ ਸਾਂਝ ਪੈ ਜਾਂਦੀ ਹੈ। ਨਾਨਕ ਜੀ ਕਹਿੰਦੇ ਹਰ ਅਗਮ ਅਗਾ, ਕਹਿੰਦੇ ਜਿਹੜਾ ਹਰ ਹੈ ਉਹ ਵੀ ਫਿਰ ਅਗਮ ਅਗਾ ਬਣ ਜਾਂਦਾ ਹੈ। ਪਾਣੀ ਦੀ ਬੂੰਦ ਚੱਕ ਕੇ ਸਮੁੰਦਰ ਸਿੱਟੋ, ਉਹ ਵੀ ਸਮੁੰਦਰ ਦਾ ਰੂਪ ਹੀ ਬਣ ਜਾਂਦੀ ਹੈ, ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਅੰਗ 736 ਉੱਪਰ ਵੀ ਚੌਥੇ ਪਾਤਸ਼ਾਹ ਇਹ ਗੱਲ ਕਹਿੰਦੇ ਆ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਏ। ਆਪਣਾ ਕੀਤਾ ਕਛੂ ਨਾ ਹੋਵੇ, ਕਹਿੰਦੇ ਮੇਰਾ ਕਰਿਆ ਕੁਛ ਨਹੀਂ ਹੁੰਦਾ। ਮੇਰੇ ਹਰ ਜੀਓ ਸਭ ਕੋ ਤੇਰੇ ਵਾਸ। ਆ ਦੇਖੇ ਮੇਰੇ ਮਨਾ ਕੀ ਲਿਖਿਆ ਪਾਤਸ਼ਾਹ ਨੇ, ਤੂੰ ਇਹਨਾਂ ਬਚਨਾਂ ਤੋਂ ਉਲਟ ਚੱਲਦਾ। ਅਸਲ ਵਿੱਚ ਇਹ ਨਿੰਦੇ ਹੈ, ਗੁਰਬਾਣੀ ਤੋਂ ਉਲਟ ਪ੍ਰਚਾਰ ਕਰਨਾ ਸੱਚਖੰਡ ਦੀ ਨਿੰਦੇ ਹੈ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼ੇ। ਗੱਲ ਤਾਂ ਚੌਥੇ ਪਾਤਸ਼ਾਹ ਕਹਿੰਦੇ ਆ ਕਿ ਜਿਵੇਂ ਤੈਨੂੰ ਭਾਉਂਦਾ, ਜਿਵੇਂ ਤੇਰੀ ਰਜਾਏ ਉਵੇਂ ਚਲਾਈ, ਸਾਡੇ ਵੱਸ 'ਚ ਕੁਛ ਨਹੀਂ ਹੈ। ਪਰ ਪ੍ਰਚਾਰ ਕੀ ਹੈ ਕਿ ਰੱਬ ਵੱਸ 'ਚ ਹੈ। ਹੁਣ ਵੱਸ 'ਚ ਤਾਂ ਉਹ ਚੀਜ਼ ਕੀਤੀ ਜਾਂਦੀ ਹੈ ਜਿਹੜੀ ਛੋਟੀ ਹੋਵੇ। ਜਿਵੇਂ ਕਿਸੇ ਸ਼ੇਰ ਨੂੰ ਵੱਸ 'ਚ ਕਰਨਾ, ਹੁਣ ਪਿੰਜਰਾ ਉਹ ਤੋਂ ਵੱਡਾ ਬਣਾਉਣਾ ਪਊਗਾ ਤਾਂ ਹੀ ਉਹ ਵੱਸ 'ਚ ਆਊਗਾ ਨਾ। ਜੇ ਕਿਸੇ ਭਗਤ ਨੇ ਰੱਬ ਨੂੰ ਵੱਸ 'ਚ ਕਰ ਲਿਆ, ਇਹਦਾ ਮਤਲਬ ਭਗਤ ਵੱਡਾ ਹੈ, ਰੱਬ ਛੋਟਾ ਹੈ। ਕੋਈ ਕਦੇ ਵਿਚਾਰ ਨਹੀਂ ਕੀਤੀ, ਬਸ ਇੱਕ ਪ੍ਰਚਾਰ ਜ਼ਰੂਰ ਕਰ ਲਿਆ ਅਗਿਆਨਤਾ ਦੇ ਵਸ ਪੈ ਕੇ। ਕਿਉਂ ਕੀਤਾ ਗਿਆ? ਕਿਉਂਕਿ ਜਿਹੜਾ ਪੰਡਤ ਸੀ, ਇਹ ਗੱਲ ਪੰਡਤ ਨੇ ਫੈਲਾਈ ਹੋਈ ਸੀ ਕਿ ਭਗਵਾਨ ਹੈ ਜਿਹੜਾ, ਰੱਬ ਹੈ ਜਿਹੜਾ, ਉਹ ਸਾਡੀ ਗੱਲ ਸੁਣਦਾ, ਤੁਸੀਂ ਸਾਡੇ ਕੋਲ ਆ ਕੇ ਬੇਨਤੀ ਕਰੋ, ਅਸੀਂ ਤੁਹਾਡੀ ਗੱਲ ਰੱਬ ਨੂੰ ਕਰਾਂਗੇ, ਫਿਰ ਜੋ ਰੱਬ ਸਾਨੂੰ ਕਹੂਗਾ ਫਿਰ ਅਸੀਂ ਤੁਹਾਨੂੰ ਦੱਸਾਂਗੇ, ਫਿਰ ਸਾਨੂੰ ਤੁਸੀਂ ਦਾਨ ਦਕਸ਼ਨਾ ਦਿਓ, ਅਸੀਂ ਤੁਹਾਨੂੰ ਉਹ ਰੱਬ ਨੂੰ ਦੇਵਾਂਗੇ। ਇੰਨਾ ਭਰਮ ਪਾਇਆ ਹੋਇਆ ਸੀ। ਪਾਤਸ਼ਾਹ ਨੇ ਉਹਨਾਂ ਗੱਲਾਂ ਨੂੰ ਆ ਕੇ ਰੋਕਿਆ ਵੀ ਤੁਸੀਂ ਐਂ ਕਿਉਂ ਕਰਦੇ ਹੋ? ਤੁਸੀਂ ਉਹੀ ਕਹਿ ਦਿਓ ਵੀ ਸਾਨੂੰ ਆਹ ਚੀਜ਼ ਦੀ ਲੋੜ ਆ, ਲੋਕ ਤੁਹਾਨੂੰ ਦੇਣ ਨੂੰ ਤਿਆਰ ਨੇ, ਪਰ ਤੁਸੀਂ ਪਰਮੇਸ਼ਰ ਦਾ ਨਾਮ ਵਿੱਚ ਇਸ ਤਰ੍ਹਾਂ ਨਾ ਵਰਤੋ। ਇੱਥੇ ਤੁਹਾਨੂੰ ਕੁਛ ਨਹੀਂ ਹੋਣਾ, ਪਰ ਅਗਾਂਹ ਜਾ ਕੇ ਬਹੁਤ ਔਖੇ ਹੋਵੋਗੇ। ਉਹ ਕਹਿੰਦੇ ਅੱਗੇ ਕਿਹੜਾ ਜੀ ਕਿਸੇ ਨੇ ਦੇਖਿਆ, ਇੱਥੇ ਹੀ ਹੈ ਜੀ ਸਭ ਕੁਛ, ਤੁਸੀਂ ਮਾਰੀ ਜਾਂਦੇ, ਦਿਖਾਓ ਫਿਰ ਅੱਗੇ ਕੀ ਹੈ। ਪਾਤਸ਼ਾਹ ਕਹਿੰਦੇ ਅੱਗੇ ਦਿਖਾ ਦਿੰਦੇ। ਜਦੋਂ ਪਾਤਸ਼ਾਹ ਨੇ ਅੱਗਾ ਦਿਖਾਇਆ ਫਿਰ ਕੰਬਦਿਆ, ਕਹਿੰਦੇ ਆਹ ਵੀ ਕੁਛ ਅੱਗੇ ਹੁੰਦਾ? ਕਹਿੰਦੇ ਹਾਂ ਹੁੰਦਾ ਹੈ। ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜੇ ਜਵਾਲੇ। ਇਹ ਮੇਰੇ ਮਨਾ ਗੁਰਬਾਣੀ 'ਚ ਝੂਠ ਨਹੀਂ ਲਿਖਿਆ ਹੋਇਆ। ਸਤ ਗੁਰ ਕੀ ਬਾਣੀ ਸਤ 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 ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਮੋਹ ਆਪ ਕਢਾਇਆ। ਪਰਮੇਸ਼ਰ ਨੇ ਬੁਲਾਇਆ ਹੈ ਇਹਨਾਂ ਤੋਂ,
ਐਵੇਂ ਨਾ ਸਮਝ ਲਈ ਕਿਤੇ ਅੱਗੇ ਕਿਹੜਾ ਕਿਸੇ ਨੇ ਕੁਝ ਦੇਖਿਆ ਹੈ। ਅਸਲ ਵਿੱਚ ਅੱਗੇ ਹੀ ਸਭ ਕੁਝ ਹੈ, ਇੱਥੇ ਕੁਝ ਵੀ ਨਹੀਂ ਹੈ। ਅੱਗੇ ਕਰਨੀ ਕੀਰਤ ਵਾਚੀ ਹੈ, ਉੱਥੇ ਬਾਚ ਹੋਣਾ ਹੈ। ਕੱਚ ਪਕਾਈ ਉੱਥੇ ਪਾਏ, ਉੱਥੇ ਪਾਈ ਜਾਣੀ ਹੈ। ਨਾਨਕ ਗਿਆ ਜਾਪੈ ਜਾਏ। ਨਾਨਕ ਜੀ ਕਹਿੰਦੇ ਅੱਗੇ ਜਦੋਂ ਜਾਓਗੇ ਉੱਥੇ ਜਾਣਿਆ ਜਾਣਾ ਸਾਰਾ ਕੁਝ ਵੀ ਆ ਹੈ ਤੁਹਾਡੇ ਭਾਂਡੇ 'ਚ। ਸੋ ਅੰਗ 965 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਪੰਜਵੇਂ ਪਾਤਸ਼ਾਹੀ, ਆਹਾਰ ਸਭ ਕਰਦਾ ਫਿਰ ਆਹਾਰ ਇੱਕ ਨਾ ਹੋਏ। ਨਾਨਕ ਜਿਤ ਆਹਾਰ ਸਭ ਜਗ ਉਧਰੈ ਬਿਰਲਾ ਬੂਝੈ ਕੋਏ। ਹੁਣ ਅਸੀਂ ਤਾਂ ਆਹਾਰ ਕਹਿੰਦੇ ਆ ਵੀ ਉਹ ਖੁਰਾਕ ਖਾਣੀ, ਵੀ ਆਹ ਖਾ ਲਿਆ ਉਹ ਖਾ ਲਿਆ। ਪਾਤਸ਼ਾਹ ਕਹਿੰਦੇ ਆਹਾਰ ਸਭ ਕਰਦਾ ਫਿਰ, ਕਹਿੰਦੇ ਤੂੰ ਤਾਂ ਮਾਇਆ ਦੇ ਆਹਾਰ ਕਰੀ ਜਾਂਦਾ। ਆਹਾਰ ਇੱਕ ਨਾ ਹੋਏ, ਪਰ ਇਹ ਜਿੰਨਾ ਕੁਝ ਵੀ ਤੂੰ ਮਾਇਆ ਦਾ ਇਕੱਠਾ ਕਰਦਾ, ਜਿੰਨਾ ਵੀ ਤੇਰੇ ਕੋਲ ਗਿਆਨ ਹੈ ਮਾਇਆ ਦਾ, ਇਹਦੇ ਨਾਲ ਤੂੰ ਇੱਕ ਤਾਂ ਹੋਇਆ ਨਹੀਂ। ਇੱਕ ਨਾ ਹੋਏ, ਦੇਖ ਕੀ ਲਿਖੇ, ਇੱਕ ਨਾ ਹੋਏ, ਵੀ ਤੂੰ ਨਹੀਂ ਇੱਕ ਹੋਇਆ। ਅਸੀਂ ਕੀ ਕਹਿੰਦੇ ਜੀ, ਰੱਬ ਇੱਕ ਹੈ। ਰੱਬ ਕਹਿੰਦਾ ਵੀ ਤੂੰ ਇੱਕ ਹੈ। ਪਰਮੇਸ਼ਰ ਬਾਰੇ ਤਾਂ ਕੋਈ ਜਾਣ ਹੀ ਨਹੀਂ ਸਕਦਾ ਵੀ ਕੀ ਆ। ਸਵੈਮ ਆਪ ਹੀ ਆਪਣੇ ਆਪ ਨੂੰ ਜਾਣ ਲਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਾਂ ਤੂੰ ਆਪਣੇ ਆਪ ਨੂੰ ਪਛਾਣ ਲਿਆ, ਜਾਣ ਲਿਆ, ਤਾਂ ਤੈਨੂੰ ਸਾਰੀ ਖੇਡ ਪਤਾ ਲੱਗ ਜਾਣਾ। ਜਿੰਨਾ ਚਿਰ ਤੂੰ ਸਵੈਮ ਆਪਣੇ ਆਪ ਨੂੰ ਨਹੀਂ ਜਾਣਿਆ, ਫਿਰ ਤੂੰ ਜਿਹੜੀਆਂ ਗੱਲਾਂ ਨੇ ਉਹ ਅੰਦਾਜ਼ੇ ਦੀਆਂ ਕਰੇਗਾ, ਅਨੁਭਵ ਬਣਾ ਕੇ ਗੱਲਾਂ ਕਰੇਗਾ, ਇਮੈਜਨ ਕਰੇਗਾ, ਕਲਪਨਾ ਕਰੇਗਾ ਵੀ ਉਹ ਇਸ ਤਰ੍ਹਾਂ ਦਾ, ਇਸ ਤਰ੍ਹਾਂ ਦਾ, ਪਰ ਉਹ ਇਸ ਤਰ੍ਹਾਂ ਦਾ ਹੈ ਨਹੀਂ। ਆਹਾਰ ਇੱਕ ਨਾ ਹੋਏ, ਨਾਨਕ ਜਿਤ ਆਹਾਰ ਜਗ ਉਤਰੈ। ਇਹਦਾ ਮਤਲਬ ਕੋਈ ਖੁਰਾਕ ਹੈਗੀ ਹੈ ਜਿਹਦੇ ਨਾਲ ਉਧਾਰ ਹੁੰਦਾ ਹੈ। ਹੁਣ ਉਧਾਰ ਕਿਹਦਾ ਹੋਣਾ? ਮਨ ਦਾ ਉਧਾਰ ਹੋਣਾ। ਹੁਣ ਮਨ ਦਾ ਆਹਾਰ ਕੀ ਹੈ? ਨਾਨਕ ਜਿਤ ਆਹਾਰ ਜਗ ਉਤਰੈ ਬਿਰਲਾ ਬੂਝੈ ਕੋਈ। ਉਹ ਕੋਈ ਬਿਰਲਾ ਜੀਵ ਹੈ ਜਿਹਨੂੰ ਇਸ ਗੱਲ ਦਾ ਪਤਾ ਲੱਗਦਾ। ਸੰਸਾਰ ਨੂੰ ਨਹੀਂ ਪਤਾ ਲੱਗਦਾ, ਕੋਈ ਬਿਰਲਾ ਜੀਵ। ਬਿਰਲਾ ਪਾਤਸ਼ਾਹ ਨੇ ਲਿਖਿਆ, ਅਰ ਬੁਝਾਰਤ ਹੈ, ਉਹ ਬੁੱਝਣੀ ਪੈਂਦੀ ਹੈ। ਪੌੜੀ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ, ਤੇਰਾ ਘਰ ਭਲਾ। ਸਭ ਕੁਛ ਤੇਰਾ ਵਸ, ਇਹ ਮੇਰੇ ਬਣਾ ਸਾਰਾ ਕੁਛ ਉਹਦੇ ਵਸ 'ਚ ਹੈ। ਤੇਰੇ ਕਰ ਆਨੰਦ ਵਧਾਈ ਤੁਧ ਕਰ, ਮਾਣ ਮਹੱਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ। ਆਹ ਬਹੁਤ ਵੱਡੀ ਗੱਲ ਲਿਖੀ ਹੋਈ ਹੈ, ਇਹਦਾ ਪ੍ਰਚਾਰ ਨਹੀਂ ਹੋਇਆ ਨਾ ਹੋਣਾ ਹੈ। ਨਾਨਕ ਦਾਸਨ ਦਾਸ। ਨਾਨਕ ਜੀ ਕਹਿੰਦੇ ਮੈਂ ਦਾਸਾਂ ਦਾ ਵੀ ਦਾਸ ਹੈ। ਇਹਦਾ ਮਤਲਬ ਨਾਨਕ ਜੀ ਤੋਂ ਪਹਿਲਾਂ ਵੀ ਭਗਤ ਹੋਏ ਨੇ। ਉਹਨਾਂ ਭਗਤਾਂ ਦੇ ਅੰਦਰ ਵੀ ਗੁਰਮਤਿ ਸੀ, ਉਹਨਾਂ ਦੇ ਭਗਤਾਂ ਦੇ ਅੰਦਰ ਵੀ ਸ਼ਬਦ ਗੁਰੂ ਪ੍ਰਗਟ ਸੀ, ਉਹਨਾਂ ਦਾ ਵੀ ਗੁਰੂ ਪਰਮੇਸ਼ਰੀ ਸੀ। ਉਹਨਾਂ ਦਾ ਵੀ ਕਹਿੰਦਾ ਮੈਂ ਗਾਹਾਂ ਦਾਸ ਹਾਂ। ਹੇ ਮੇਰੇ ਮਨ ਤੂੰ ਕੀ ਸਮਝਿਆ ਹੈ? ਇਹਦਾ ਜਵਾਬ ਦਰਗਾਹ 'ਚ ਤੂੰ ਦੇਵੇਂਗਾ। ਨਾਨਕ ਜੀ ਨੇ ਤਾਂ ਉੱਥੇ ਕਹਿ ਦੇਣਾ ਜਾ ਕੇ, ਮੈਂ ਤਾਂ ਤੈਨੂੰ ਦਾਸ ਲਿਖ ਕੇ ਆਇਆ, ਤੂੰ ਮੈਨੂੰ ਕੀ ਮੰਨਦਾ? ਇਹਦਾ ਜਵਾਬ ਤੂੰ ਦੇ। ਮੈਂ ਨਹੀਂ ਦੇਣਾ, ਤੂੰ ਦੇ। ਅੰਤ ਨਵੇਰਾ ਤੇਰੇ ਜੀ ਪਹਿਲੀਜੈ। ਰਿਕਾਰਡ ਹੈ ਪਿਆ ਇਹ ਰਿਕਾਰਡ ਤੋਂ ਹੀ ਦੇਖਣਾ ਉਹਨਾਂ ਨੇ ਵੀ ਰਿਕਾਰਡ 'ਚ ਕੀ ਲਿਖਿਆ ਹੋਇਆ, ਰਿਟਨ ਪ੍ਰੂਫ ਹੈ। ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ, ਵੀ ਤੇਰੇ ਅੱਗੇ ਮੇਰੀ ਬੇਨਤੀ ਹੈ ਕਿ ਮੈਨੂੰ ਇਹਨਾਂ ਦਾ ਦਾਸ ਬਣਾਈ ਰੱਖੀ। ਭਾਵ ਕਿ ਜਿਹੜਾ ਸ਼ਬਦ ਗੁਰੂ ਇਹਨਾਂ ਦੇ ਹਿਰਦੇ 'ਚ ਪ੍ਰਗਟ ਸੀ ਉਹ ਮੇਰੇ ਵੀ ਰਹੇ। ਇਹ ਗੁਰਬਾਣੀ ਦਾ ਪ੍ਰਮਾਣ ਹੈ ਮਨਾ, ਕੋਈ ਬਣਾਈ ਹੋਈ ਗੱਲ ਨਹੀਂ ਹੈ। ਹੁਣ ਆਪਾਂ ਥੋੜ੍ਹਾ ਜਿਹਾ ਕਿ ਦੇਖਦੇ ਹਾਂ ਜਿਹੜੀਆਂ ਗੱਲਾਂ ਦਾ ਖਾਸ ਕਰਕੇ ਜ਼ਿਆਦਾ ਭੁਲੇਖਾ ਪਾਇਆ ਗਿਆ। ਇਹ ਕੁਛ ਗੁਰਬਾਣੀ ਦੇ ਅੰਦਰ ਪੰਕਤੀਆਂ ਨੇ। ਅੰਗ 1252 ਦੇ ਉੱਪਰ ਪਾਤਸ਼ਾਹ ਨਾਮਦੇਵ ਜੀ ਇਹ ਫਰਮਾਨ ਲਿਖਦੇ ਹੈ ਸਾਰੰਗ ਰਾਗ ਦੇ ਅੰਦਰ। ਸਾਰੰਗ ਭਗਤ ਨਾਮਦੇਵ ਜੀ, ਦਾਸ ਅਨੰਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਈ, ਦਰਸ਼ਨ ਨਿਮਕ ਤਾਪੀ ਤ੍ਰਿ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਓ। ਇਹਦੇ ਵਿੱਚ ਆ ਵਚਨ ਆਉਂਦਾ, ਮੇਰੀ ਬਾਂਦੀ ਭਗਤ ਛਡਾਵੈ, ਬਾਂਦੇ ਭਗਤ ਨਾ ਛੂਟੈ ਮੋਹ। ਏਕ ਸਮੇਂ ਮੋਹ ਕੋ ਗਹਿ ਬਾਂਧੈ, ਤੋ ਫੁਨ ਮੋਹ ਪੈ ਜਵਾਬ ਨਾ ਹੋਏ।
ਹੁਣ ਇਸ ਗੱਲ ਦਾ ਉਹਨਾਂ ਨੇ ਇਹ ਗੱਲ ਅਰਥ ਕਰ ਲਿਆ ਕਿ ਮੇਰੀ ਬੰਦੀ ਭਗਤ ਛੁਡਾਵੇ, ਵੀ ਰੱਬ ਕਹਿੰਦਾ ਵੀ ਜਿਹੜੀ ਮੈਂ ਭਗਤ ਨੂੰ ਬੰਨ੍ਹਿਆ ਆਇਆ ਸੀ ਤੇ ਭਗਤ ਨੇ ਉਹ ਛੁਡਾ ਲਿਆ। ਹੁਣ ਭਗਤ ਨੇ ਮੈਨੂੰ ਬੰਨ੍ਹ ਲਿਆ, ਬੰਨ੍ਹਦਾ ਭਗਤ ਨਾ ਛੁੱਟੈ ਮੋਹ, ਹੁਣ ਮੈਂ ਛੁੱਟ ਨਹੀਂ ਸਕਦਾ। ਇੱਕ ਸਮੇਂ ਮੋਹ ਗਹਿ ਵਾਧਾ ਤੌਫਨ ਜਵਾਬ ਨਾ, ਕਹਿੰਦੇ ਹੁਣ ਮੈਂ ਉਹਨੂੰ ਜਵਾਬ ਨਹੀਂ ਦੇ ਸਕਦਾ। ਅਰਥ ਬਦਲਤਾ ਇਹਦਾ। ਜਦ ਕਿ ਤੁਸੀਂ ਗੁਰਬਾਣੀ ਦੇ ਜਦੋਂ ਉੱਪਰੋਂ ਬਚਨ ਦੇਖੋ, ਕਿਉਂਕਿ ਇਹ ਰਹਾਉ ਤੋਂ ਬਾਅਦ ਹੈ, ਜਿਹੜਾ ਰਹਾਉ ਵਾਲਾ ਬਚਨ ਹੈ ਉਹ ਹੈ ਅਸਲ ਗੱਲ ਪਾਤਸ਼ਾਹ ਨੇ ਕੀਤੀ। ਬਾਕੀ ਦਾ ਗੱਲ ਇੱਕ ਮਾਨਤਾ ਦੱਸੀ ਹੈ। ਹੁਣ ਰਹਾਉ ਤੋਂ ਉੱਪਰ ਪਾਤਸ਼ਾਹ ਕੀ ਕਹਿੰਦੇ, ਦਾਸ ਅਨੰਨ ਮੇਰੋ ਨਿਜ ਰੂਪ। ਦਾਸ ਦੇ ਥੱਲੇ ਔਂਕੜ ਹੈ ਕਿ ਜਦੋਂ ਮਨ ਆਪਣੇ ਮੂਲ ਦੇ ਨਾਲ ਜੁੜ ਜਾਂਦਾ ਹੈ, ਮੇਰੋ ਨਿਜ ਰੂਪ, ਫੇਰ ਮਨ ਨੂੰ ਪਤਾ ਲੱਗਦਾ ਕਿ ਮੇਰਾ ਅਸਲੀ ਸਰੂਪ ਕੀ ਹੈ, ਕਿ ਮੈਂ ਕੌਣ ਆ। ਜਦੋਂ ਇਹਦੇ ਨਾਲ ਜੁੜਦਾ, ਪਾਣੀ ਦੀ ਬੂੰਦ ਨੂੰ ਅਸਲ ਸਰੂਪ ਦਾ ਉਦੋਂ ਪਤਾ ਲੱਗਦਾ ਜਦੋਂ ਪਾਣੀ ਦੀ ਬੂੰਦ ਚੱਕ ਕੇ ਸਮੁੰਦਰ ਸਿੱਟੀ ਜਾਂਦੀ ਕਿ ਮੈਂ ਤਾਂ ਸਮੁੰਦਰ ਰੂਪ ਹਾਂ। ਪਹਿਲਾਂ ਪਾਣੀ ਦੀ ਬੂੰਦ ਹੀ ਕਹਾਉਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਆਤਮਾ ਪ੍ਰਾਤਮਾ ਦੇ ਵਿੱਚ ਸਮਾਉਂਦੀ ਹੈ, ਫਿਰ ਉਹਨੂੰ ਪਤਾ ਲੱਗਦਾ ਉਹ ਹੈ ਦਾਸ ਆਨੰਦ ਮੇਰੋ। ਮੇਰੋ ਹੈ, ਮੇਰਾ ਲਿਖਿਆ ਹੋਇਆ ਵੀ ਮੇਰਾ ਜਿਹੜਾ ਨਿਜ ਰੂਪ ਦਰਸ਼ਨ ਨਿਮਕ ਤਾਪੀ। ਕਹਿੰਦੇ ਦਰਸ਼ਨ ਨਿਮਕ, ਜਦੋਂ ਮੈਨੂੰ ਕਹਿੰਦੇ ਥੋੜੀ ਜਿਹੀ ਕੋਈ ਸੋਝੀ ਆਈ, ਦਰਸ਼ਨ ਦਾ ਅਰਥ ਹੁੰਦਾ ਸੋਝੀ, ਆਪਣੇ ਆਪ ਦਾ ਮੈਨੂੰ ਪਤਾ ਲੱਗਿਆ। ਤਾਪੀ ਤ੍ਰਈ ਮੋਚਨ, ਕਹਿੰਦੇ ਜਿਹੜੇ ਤ੍ਰਈ ਮੋਚਨ ਸੀ, ਤਿੰਨ ਔਗਣ ਸੀ ਜਿਹੜੇ ਰਜੋ ਤਮੋ ਸਤੋ ਗੁਣ, ਜਿਨ੍ਹਾਂ ਦੇ ਵਿੱਚ ਮੈਂ ਫਸੀ ਹੋਈ ਸੀ। ਪਰ ਸਤ ਮੁਕਤ ਕਰਤ ਗ੍ਰਹਿ ਕੂਪ, ਕਹਿੰਦੇ ਬਸ ਉਹ ਸੋਝੀ ਨੂੰ ਜਦੋਂ ਮੈਂ ਸਪਰਸ਼ ਕੀਤਾ, ਜਦੋਂ ਆਤਮਾ ਨੇ ਪ੍ਰਾਤਮਾ ਨੂੰ ਮਾੜ ਜਾ ਕੇ ਵੀ ਟੱਚ ਕੀਤਾ, ਭਾਵ ਕਿ ਮਨ ਨੂੰ ਜਦੋਂ ਆਪਣੇ ਮੂਲ ਦੀ ਸੋਝੀ ਆਈ, ਪ੍ਰਸਤ ਹੋਇਆ, ਉਹਦੇ ਨਾਲ ਜੁੜਿਆ, ਮੁਕਤ, ਉਸ ਵੇਲੇ ਮਾਇਆ ਛੱਡੀ ਗਈ। ਛੋਟੇ ਬੱਚੇ ਦੇ ਹੱਥ ਵਿੱਚ ਚਾਕੂ ਹੈ, ਤੁਸੀਂ ਉਹ ਤੋਂ ਛਡਾਉਣਾ, ਜੇ ਤਾਂ ਤੁਸੀਂ ਉਹਨੂੰ ਫੜੋਗੇ ਤਾਂ ਖਿੱਚੂਗਾ, ਉਹਦੇ ਬਚ ਸਕਦਾ। ਹੁਣ ਚਾਕੂ ਛਡਾਉਣ ਦੇ ਲਈ ਉਹਨੂੰ ਕੋਈ ਵਧੀਆ ਚੀਜ਼ ਦਿਖਾਉਣੀ ਪਊਗੀ। ਜਦੋਂ ਬੱਚੇ ਨੇ ਕੋਈ ਵਧੀਆ ਚੀਜ਼ ਦੇਖਣੀ ਹੈ ਤਾਂ ਬੱਚੇ ਨੇ ਚਾਕੂ ਛੱਡਣਾ, ਵਧੀਆ ਚੀਜ਼ ਮਗਰ ਜਾਣ। ਇਸੇ ਤਰ੍ਹਾਂ ਹੀ ਮਨ ਨੂੰ ਮਾਇਆ ਚੋਂ ਬਾਹਰ ਕੱਢਿਆ ਜਾਂਦਾ ਹੈ। ਜਦੋਂ ਮਨ ਨੂੰ ਮਾਇਆ ਨਾਲੋਂ ਸੁਪੀਰੀਅਰ ਚੀਜ਼ ਦਿਖਾਈ ਜਾਊਗੀ ਕਿ ਆ ਇਹ ਨਾਮ, ਫਿਰ ਮਨ ਨੇ ਉੱਧਰ ਨੂੰ ਜਾਣਾ। ਉਨਾ ਚਿਰ ਨਹੀਂ ਜਾਂਦਾ, ਉਨਾ ਚਿਰ ਤੈਨੂੰ ਮਾਇਆ ਦੇ ਰੰਗ ਪਰੰਗ ਹੀ ਚੰਗੇ ਲੱਗਦੇ, ਕਿਉਂਕਿ ਸਰੀਰ ਨਾਲ ਜੋ ਜੁੜਿਆ ਹੋਇਆ। ਸੋ ਮੁਕਤ ਕਰਤ ਗ੍ਰਹਿ ਕੂਪ, ਕਹਿੰਦੇ ਬਸ ਮੁਕਤ ਕਰਤਾ, ਤੇ ਮੁਕਤ ਕਰਕੇ ਕਿੱਥੇ ਲੈ ਗਿਆ, ਗ੍ਰਹਿ ਦੇ ਅੰਦਰ, ਹਿਰਦੇ ਵਿੱਚ ਲੈ ਗਿਆ। ਪਹਿਲਾਂ ਕਿੱਥੇ ਸੀ, ਕੂਪ 'ਚ, ਪਹਿਲਾਂ ਖੂਹ 'ਚ ਸੀ। ਮਾਇਆ ਰੂਪੀ ਖੂਹ 'ਚੋਂ ਕੱਢ ਕੇ ਗ੍ਰਹਿ ਹਿਰਦੇ ਵਿੱਚ ਲਿਜਾ ਕੇ ਟਿਕਾਤਾ ਵੀ ਇੱਥੇ ਬੈਠ। ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਹੁਣ ਕੰਮ ਸ਼ੁਰੂ ਹੋਣਾ, ਇੱਥੇ ਬੈਠੇ ਮਨ ਵਸ ਆਵੇ ਨਾਨਕਾ, ਪੂਰਨ ਕਿਰਪਾ ਹੋਏ। ਹੁਣ ਕਿਰਪਾ ਹੈ ਪੂਰੀ, ਇੱਥੇ ਟਿਕ ਕੇ ਬੈਠ। ਮੇਰੀ ਬਾਂਦੀ ਭਗਤ ਛਡਾਵੇ। ਹੁਣ ਦੇਖੋ, ਹੁਣ ਪਾਤਸ਼ਾਹ ਦੱਸਦੇ ਆ ਆਪਣੀ ਹੱਡਬੀਤੀ, ਕਹਿੰਦੇ ਮੇਰੀ ਬਾਂਦੀ, ਕਹਿੰਦੇ ਜਿਹੜੀਆਂ ਗੱਲਾਂ ਦੇ ਨਾਲ ਮੇਰੇ ਮਨ ਨੂੰ ਮਾਇਆ ਨਾਲ ਬੰਨਿਆ ਹੋਇਆ ਸੀ, ਮਨ ਮਾਇਆ ਨਾਲ ਬੰਨਿਆ ਹੋਇਆ ਸੀ, ਮਨ ਮਾਇਆ ਮੈਂ ਫਦ ਰਹਿਓ ਨਿਕਸਤ ਨਾ ਹੈ ਨਾ ਮੀਤ। ਨੌਵੇਂ ਪਾਤਸ਼ਾਹ ਕਹਿੰਦੇ ਮੇਰੀ ਬਾਂਦੀ ਭਗਤ ਛਡਾਵੇ। ਕਹਿੰਦੇ ਜਿਹੜਾ ਭਗਤ ਸੀ, ਮੇਰਾ ਮੂਲ ਸੀ, ਉਹਨੇ ਮੇਰਾ ਮਾਇਆ ਨਾਲੋਂ ਪਕੜ ਛਡਾਤੀ। ਬੰਦ ਹੈ ਭਗਤ ਨਾ ਛੁੱਟੈ ਹੋਏ, ਕਹਿੰਦਾ ਹੁਣ ਮੈਨੂੰ ਭਗਤ ਨੇ ਬੰਨ ਲਿਆ, ਮਨ ਵਸ ਆ ਗਿਆ। ਬੰਦ ਹੈ ਭਗਤ, ਹੁਣ ਭਗਤ ਨੇ ਮਨ ਨੂੰ ਵਸ ਚ ਕਰ ਲਿਆ, ਫੜ ਲਿਆ। ਨਾ ਛੁੱਟੈ ਮੋਹੇ, ਕਹਿੰਦੇ ਹੁਣ ਮੈਂ ਮਾਇਆ 'ਚ ਨਹੀਂ ਜਾ ਸਕਦਾ, ਹੁਣ ਨਹੀਂ ਮੈਂ ਛੁੱਟ ਸਕਦਾ, ਕਿਉਂਕਿ ਮੈਂ ਹੁਣ ਅਸਲੀ ਵਸਤੂ ਨੂੰ ਪ੍ਰਾਪਤ ਕਰ ਲਿਆ। ਏਕ ਸਮੇਂ ਮੋਹ ਕੋ ਗਹਿ ਵੱਧ ਹੈ, ਕਹਿੰਦੇ ਏਕ ਸਮੇਂ, ਕਹਿੰਦੇ ਇੱਕ ਹੋ ਕੇ ਮੈਂ ਉਹਦੇ ਵਿੱਚ ਸਮਾ ਗਿਆ। ਮੋਹ ਕੋ ਗਹਿ ਵੱਧ ਹੈ, ਮੈਂ ਹਿਰਦੇ ਵਿੱਚ ਟਿਕਿਆ ਬੈਠਾ, ਬੰਨਿਆ ਬੈਠਾ, ਇੱਕੋ ਹੋਇਆ ਬੈਠਾ। ਤੌਫਨ ਮੋਹ ਪੈ ਜਵਾਬ ਨਾ, ਕਹਿੰਦੇ ਹੁਣ ਮੇਰੇ ਤੋਂ ਕੋਈ ਜਵਾਬ ਹੀ ਨਹੀਂ ਦੇ ਹੁੰਦਾ। ਹੁਣ ਜਿਵੇਂ ਵੀ ਸੱਚਖੰਡ 'ਚੋਂ ਹੁਕਮ ਆਉਂਦਾ ਉਸੇ ਤਰ੍ਹਾਂ ਬੋਲਦਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹਾਂ ਆਪੂ ਬੋਲ ਨਾ ਜਾਣਦਾ, ਜੋ ਕਿਹਾ ਸੋ ਹੁਕਮ ਆਓ ਜੀਓ। ਕਹਿੰਦਾ ਹੁਣ ਨਹੀਂ ਮੈਂ ਕੁਝ ਵੀ ਜਾਣਦਾ, ਹੁਣ ਜੋ ਹੁਕਮ ਆ ਰਿਹਾ ਮੈਂ ਉਹੀ ਕਹਿ ਰਿਹਾ, ਹੁਣ ਨਹੀਂ ਮੈਂ ਕੋਈ ਜਵਾਬ ਦੇ ਸਕਦਾ। ਗੁਰਬਾਣੀ ਤਾਂ ਹੁਣ ਇਹ ਮੇਰੇ ਮਨ ਇਹ ਕਹਿੰਦੀ ਹੈ,
ਮੈਂ ਗੁਣਵੰਤ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ। ਕਹਿੰਦੇ ਮੈਂ ਗੁਣਵੰਤ ਸਗਲ ਕੀ ਜੀਵਨ, ਕਹਿੰਦੇ ਮੈਂ ਤਾਂ ਹੁਣ ਗੁਣਾਂ ਦੇ ਵਿੱਚ ਸੰਯੁਕਤ ਹੋ ਗਿਆ। ਜਦੋਂ ਮੇਰੇ ਅੰਦਰ ਗੁਣ ਆਏ ਤਾਂ ਮੈਨੂੰ ਪਤਾ ਲੱਗਾ ਵੀ ਮੇਰਾ ਜੀਵਨ ਤਾਂ ਆਏ, ਮੇਰੀ ਜੀਵਨ ਮੇਰੇ ਦਾਸ। ਹੁਣ ਇਹ ਕੀ ਹੈ ਕਿ ਜਿਹੜਾ ਮੇਰਾ ਜੀਵਨ ਹੈ ਉਹ ਕਿਵੇਂ ਬਣਿਆ? ਜਿਹੜੇ ਉਹਨਾਂ ਦੇ ਦਾਸ ਸੀਗੇ, ਕਿਸੇ ਨੂੰ ਦੇਖ ਕੇ ਮੇਰਾ ਜੀਵਨ ਬਣਿਆ। ਮੇਰੇ ਤੋਂ ਪਹਿਲਾਂ ਵੀ ਦਾਸ ਸੀ, ਰਵਿਦਾਸ ਜੀ ਪਾਤਸ਼ਾਹ ਤੋਂ ਪਹਿਲਾਂ, ਨਾਮਦੇਵ ਜੀ ਤੋਂ ਪਹਿਲਾਂ ਕਬੀਰ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤ ਸਾਹਿਬਾਨ ਨੇ, ਕਬੀਰ ਸਾਹਿਬ ਤੋਂ ਪਹਿਲਾਂ ਧਰੂ ਜੀ ਨੇ, ਪ੍ਰਹਲਾਦ ਜੀ ਨੇ, ਸੁਦਾਮਾ ਜੀ ਨੇ, ਅਮਰੀਕ ਜੀ ਨੇ, ਹੋਰ ਬੇਅੰਤ ਜਿਨ੍ਹਾਂ ਦੇ ਨਾਮਾਂ ਦਾ ਆਪਾਂ ਨੂੰ ਨਹੀਂ ਪਤਾ, ਕਿ ਉਹਨਾਂ ਨੇ ਜਿਵੇਂ ਗੁਣਾਂ ਨਾਲ ਆਪਣੇ ਮਨ ਨੂੰ ਬੰਨਿਆ ਸੀ, ਕਹਿੰਦੇ ਮੈਂ ਵੀ ਉਸੇ ਤਰ੍ਹਾਂ ਬੰਨ ਲਿਆ। ਨਾਮਦੇਵ ਜਾਕੀ ਜੀ ਐਸੀ ਤੈਸੋ ਤਾਕੇ ਪ੍ਰੇਮ ਪ੍ਰਕਾਸ਼। ਹੁਣ ਨਾਮਦੇਵ ਜੀ ਪਾਤਸ਼ਾਹ ਕਹਿੰਦੇ ਜਾਕੈ ਜੀ ਐਸੀ, ਕਹਿੰਦੇ ਜਿਨ੍ਹਾਂ ਦੇ ਜੀ ਮਨ ਦੇ ਅੰਦਰ ਐਸੀ ਗੱਲ ਹੈ, ਤੈਸੋ ਤਾਕੇ ਪ੍ਰੇਮ ਪ੍ਰਕਾਸ਼, ਇਹ ਨਿਸ਼ਾਨੀ ਹੈ। ਕਹਿੰਦੇ ਉਹਨਾਂ ਦੇ ਅੰਦਰ ਵੀ ਉਹੋ ਜਿਹਾ ਹੀ ਪ੍ਰੇਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਹ ਨਿਸ਼ਾਨੀ ਹੈ ਕਿ ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ, ਉਹਨਾਂ ਦੀ ਅਵਸਥਾ ਵੀ ਗੁਰੂ ਨਾਨਕ ਸਾਹਿਬ ਬਾ ਕਬੀਰ ਸਾਹਿਬ ਬਾ ਨਾਮਦੇਵ ਜੀ ਵਰਗੀ ਹੀ ਹੋਵੇਗੀ, ਔਰ ਹੋਣੀ ਜ਼ਰੂਰੀ ਹੈ। ਇਸ ਤੋਂ ਥੱਲੇ ਸ਼ਬਦ ਗੁਰੂ ਪ੍ਰਗਟ ਨਹੀਂ ਹੋ ਸਕਦਾ। ਸੰਸਾਰ 'ਚ ਭਾਵੇਂ ਜੋ ਕੁਛ ਮਰਜ਼ੀ ਕਹੀ ਚੱਲੀਏ। ਸੋ ਸਾਰਾ ਸੱਚਖੰਡ ਇਹੀ ਗੱਲ ਆਖਦਾ ਕਿ ਉਹੀ ਸਾਡੇ ਦਾਸ ਨੇ, ਉਹੀ ਹੁਕਮੀ ਬੰਦੇ ਨੇ ਜਿਹੜੇ ਹੁਕਮ ਵਿੱਚ ਚੱਲਦੇ ਨੇ। ਜਿਹੜੇ ਹੁਕਮ ਵਿੱਚ ਨਹੀਂ ਚੱਲਦੇ ਉਹ ਸਾਡੇ ਦਾਸ ਨਹੀਂ ਹੈਗੇ। ਪਰਿਵਾਰ ਦੇ ਮੈਂਬਰ ਜ਼ਰੂਰ ਨੇ ਪਰ ਦਾਸ ਨਹੀਂ ਹੈ, ਹੁਕਮੀ ਨਹੀਂ ਹੈ। ਉਹ ਆਪਣੀ ਇੱਛਾ ਮੁਤਾਬਕ ਚੱਲੀ ਜਾਂਦੇ ਆ, ਚੱਲੀ ਚੱਲਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਸ ਤੋਂ ਅੱਗੇ ਇੱਕ ਬਚਨ ਹੋਰ ਆਉਂਦਾ ਹੈ, ਅੰਗ 657 ਦੇ ਉੱਪਰ ਸੋਰਠ ਰਾਗ ਦੇ ਅੰਦਰ ਪਾਤਸ਼ਾਹ ਰਵਿਦਾਸ ਜੀ ਕਹਿੰਦੇ ਹੈ, ਜੋ ਹਮ ਬਾਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ, ਆਪਨ ਛੂਟਨ ਕੋ ਜਤਨ ਕਰੋ ਹਮ ਛੂਟੇ ਤੁਮ ਅਰਾਧੇ। ਹੁਣ ਇੱਥੇ ਕੀ ਹੈ? ਹੁਣ ਇੱਥੇ ਸ਼ਬਦਾਂ ਦਾ ਜੋ ਹਮ ਬਹੁ ਵਚਨ ਆਉਂਦਾ। ਹੁਣ ਮਨ ਤੇ ਬੁੱਧੀ ਨੇ ਮੋਹ ਫਾਸ ਛੱਡਿਆ। ਕਹਿੰਦੇ ਜੋ ਹਮ ਬਾਧੇ ਮੋਹ ਫਾਸ, ਪਹਿਲਾਂ ਮੋਹ ਫਾਸ ਦੇ ਵਿੱਚ ਫਸੇ ਹੋਏ ਸੀ ਮਨ ਬੁੱਧੀ, ਹੁਣ ਮਨ ਬੁੱਧੀ ਨੇ ਮੋਹ ਫਾਸ ਛੱਡਤਾ। ਹਮ ਪ੍ਰੇਮ ਬੰਧਨ ਤੁਮ ਬਾਧੇ, ਹੁਣ ਪ੍ਰੇਮ ਦੇ ਬੰਧਨ ਦੇ ਵਿੱਚ ਕਹਿੰਦੇ ਤੁਮ ਬਾਧੇ। ਹਮ ਪ੍ਰੇਮ ਬੰਧਨ ਤੁਮ ਬਾਧੇ, ਭਾਵ ਮੋਹ ਛੱਡ ਕੇ ਪ੍ਰੇਮ ਦੇ ਬੰਧਨ ਵਿੱਚ ਵੱਜ ਗਏ। ਹੁਣ ਮੋਹ ਛੱਡਤਾ, ਪ੍ਰੇਮ ਹੋ ਗਿਆ। ਹੁਣ ਮੂਲ ਬੋਲ ਰਿਹਾ ਕਿ ਮੈਂ ਗੁਣਾਂ ਦਾ ਬੰਨਿਆ ਹੋਇਆ ਤਾਂ ਸੀ, ਕਿਉਂਕਿ ਉਹਦੇ ਕੋਲ ਤਾਂ ਗੁਣ ਹੈਗੇ ਹੀ ਹੈਗੇ ਨੇ। ਆਪਨ ਛੂਟਨ ਕੋ ਜਤਨ ਕਰੋ ਹਮ ਛੂਟੇ ਤੁਮ ਅਰਾਧੇ। ਹੁਣ ਕਹਿੰਦੇ ਤੁਸੀਂ ਆਪਨ ਛੂਟਨ ਕੋ, ਹੁਣ ਜੋ ਛੁੱਟਣਾ ਗਾਹਾਂ ਮੂਲ ਨੇ ਵੀ ਹੈ, ਕਿਉਂਕਿ ਮੂਲ 'ਚ ਭਰਮ ਹੈ। ਆਪਨ ਛੂਟਨ ਕੋ ਤੁਮ ਜਤਨ ਕਰੋ, ਕਹਿੰਦੇ ਹੁਣ ਇਹ ਯਤਨ ਤੂੰ ਕਰ। ਹਮ ਛੂਟੇ ਤੁਮ ਅਰਾਧੇ, ਕਹਿੰਦੇ ਅਸੀਂ ਤਾਂ, ਤੂੰ ਕਹਿਤਾ ਵੀ ਮਾਇਆ ਛੱਡਿਓ, ਅਸੀਂ ਤਾਂ ਮਾਇਆ ਛੱਡਿਆ ਏ। ਹੁਣ ਤੂੰ ਇਸ ਭਾਵ ਸਾਗਰ ਚੋਂ ਨਿਕਲਣਾ, ਉਹ ਤੈਂ ਨਿਕਲਣਾ, ਉਹ ਕਿਵੇਂ ਨਿਕਲਣਾ? ਉਹ ਨਿਕਲਦਾ ਸ਼ਬਦ ਗੁਰੂ ਨਾਲ, ਉਹ ਨਿਕਲਦਾ ਬਾਣੀ ਨਾਲ। ਗੁਰਬਾਣੀ ਤਾਂ ਸਿਰਫ ਮਨ ਨੂੰ ਮਾਇਆ ਚੋਂ ਬਾਹਰ ਕੱਢ ਕੇ ਖੜਾ ਸਕਦੀ ਹੈ। ਗੁਰਬਾਣੀ ਭਵ ਸਾਗਰ ਤੋਂ ਸੁਖ ਸਾਗਰ ਦੇ ਕਿਨਾਰੇ ਤੱਕ ਮਨ ਨੂੰ ਲੈ ਜਾਂਦੀ ਹੈ। ਕਿਨਾਰੇ ਤੋਂ ਗਾਹਾਂ ਜਿਹੜਾ ਸਫ਼ਰ ਤੈਅ ਕਰਨਾ ਉਹ ਬਾਣੀ ਦੇ ਆਸਰੇ ਕਰ ਹੁੰਦਾ, ਉਹ ਹੁਕਮ ਦੇ ਅਨੁਸਾਰ ਕਰ ਹੁੰਦਾ। ਫੇਰ ਹੀ ਤਾਂ ਚੱਲਣਾ। ਫਿਰ ਜਨਮ ਤੁਮਾਰੇ ਲੇਖੇ, ਜਦੋਂ ਮਨ ਗੁਰਬਾਣੀ ਦੁਆਰਾ ਮਾਇਆ ਚੋਂ ਬਾਹਰ ਨਿਕਲ ਜਾਂਦਾ, ਫੇਰ ਇਹ ਗੱਲ ਕਹਿੰਦਾ ਕਿ ਇਹ ਜਨਮ ਤੁਮਾਰੇ ਲੇਖੇ। ਭਈ ਕਈ ਜਨਮ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਵੀ ਹੁਣ ਤੇਰੇ ਲੇਖੇ ਜਾਣ, ਤੂੰ ਜਿਵੇਂ ਮਰਜ਼ੀ ਚਲਾ। ਫਿਰ ਪਰਮੇਸ਼ਰ ਤੋਂ ਬੁਲਾਉਂਦਾ, ਸਰੀਰ ਇਹੀ ਹੁੰਦਾ ਇਹਦੇ ਕੋਲ। ਇਸੇ ਸਰੀਰ 'ਚ ਫਿਰ ਪਰਮੇਸ਼ਰ ਆਪਣੀ ਗੱਲ ਕਹਾਉਂਦਾ ਵੀ ਹੁਣ ਤੂੰ ਐਂ ਕਹਿ। ਫਿਰ ਇਹ ਉਸ ਤਰੀਕੇ ਨਾਲ ਹੀ ਕਹਿੰਦਾ, ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਕਹਿੰਦੇ ਹੁਣ ਤਾਂ ਤੂੰ ਜਾਣ
ਕਿ ਜਿਵੇਂ ਤੂੰ ਕਰਾਉਣਾ, ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦਾ। ਇਹ ਤੇਰੀ ਖੁਸ਼ੀ ਹੈ, ਹੁਣ ਜਿਵੇਂ ਵੀ ਤੈਨੂੰ ਚੰਗਾ ਲੱਗਦਾ ਉਸ ਤਰ੍ਹਾਂ ਕਰਾ ਲੈ। ਰਾਜ ਦੇਹ ਤਾਂ ਕਬਨ ਵਡਾਈ, ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਕਹਿੰਦੇ ਚਾਹੇ ਭੀਖ ਮੰਗਾ ਲਾ, ਚਾਹੇ ਰਾਜ ਭਾਗ ਦੇ ਦੇ, ਜੋ ਕੁਛ ਵੀ ਕਰ, ਹੁਣ ਤੇਰੇ ਅਧੀਨ ਆ, ਤੇਰੀ ਮਰਜ਼ੀ ਹੈ, ਜੋ ਮਰਜ਼ੀ ਕਰਵਾ ਲੈ। ਇਹ ਬਚਨ ਗੁਰਬਾਣੀ ਦੇ ਨੇ। ਹੁਣ ਹੇ ਮੇਰੇ ਮਨਾਂ, ਗੁਰਬਾਣੀ ਵਿੱਚ ਇਹ ਕੁਛ ਲਿਖਿਆ ਹੋਇਆ, ਪਰ ਹੁਣ ਪ੍ਰਚਲਿਤ ਜੋ ਵਿਚਾਰਧਾਰਾ ਹੈ ਉਹ ਪਤਾ ਹੀ ਹੈ ਵੀ ਕੀ ਚੱਲਦੀ ਹੈ। ਸੋ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਹੋਇਆ ਕਿ ਰੱਬ ਹੈ ਜਿਹੜਾ ਉਹ ਭਗਤਾਂ ਦੇ ਵਸ ਵਿੱਚ ਹੈ। ਭਾਵ ਕਿ ਭਗਤ ਹੈ ਜਿਹੜਾ ਉਹ ਰੱਬ ਦੇ ਵਸ ਵਿੱਚ ਹੈ, ਆਪਣੇ ਆਪੇ ਨੂੰ ਜਾਣਿਆ ਹੁੰਦਾ ਹੈ। ਇੱਕ ਵਚਨ 1405 ਅੰਗ ਦੇ ਉੱਪਰ ਵੀ ਆਉਂਦਾ ਹੈ, ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ। ਹੁਣ ਇਹਨੂੰ ਜੇ ਆਪਾਂ ਇਸ ਤਰੀਕੇ ਨਾਲ ਪੜ੍ਹੀਏ ਤਾਂ ਇਹਦਾ ਅਰਥ ਇਹ ਬਣ ਜਾਂਦਾ, ਗੁਰ ਅਮਰਦਾਸ ਕਰਤਾਰ ਕੀਓ ਵਸ। ਇੱਥੇ ਰੁਕ ਜੀ, ਵੀ ਗੁਰ ਅਮਰਦਾਸ ਜੀ ਨੇ ਕਰਤਾਰ ਨੂੰ ਵਸ ਕੀਤਾ ਹੈ। ਪਰ ਅਗਲੇ ਵਚਨ ਨੂੰ ਫਿਰ ਕਿਵੇਂ ਕਰਾਂਗੇ, ਵਾਹ ਵਾਹ ਕਰ ਧਿਆਇਓ। ਫਿਰ ਉਹ ਕਿਹਨੂੰ ਧਿਆਉਂਦੇ ਆ? ਜਦੋਂ ਰੱਬ ਦਾ ਵਸ ਹੀ ਕਰ ਲਿਆ, ਫਿਰ ਧਿਆਉਣਾ ਕਿਹਨੂੰ ਹੈ? ਕਿ ਜਾਂ ਉਹਦਾ ਧਿਆਨ ਕਰਕੇ ਉਹਨੂੰ ਵਸ 'ਚ ਕਰ ਲਿਆ। ਔਰ ਗੁਰ ਦੇ ਰਾਰੇ ਨੂੰ ਔਂਕੜ ਪਈ ਹੋਈ, ਰਾਰੇ ਨੂੰ ਸਿਹਾਰੀ ਹੈ। ਅਮਰਦਾਸ ਦੇ ਵੀ ਸੱਸੇ ਨੂੰ ਸਿਹਾਰੀ ਹੈ। ਗੁਰਮਤ ਦੁਆਰਾ, ਕਿ ਉਹੀ ਉਪਦੇਸ਼ ਦੁਆਰਾ ਜੋ ਉਪਦੇਸ਼ ਦੂਜੇ ਪਾਤਸ਼ਾਹ ਨੇ ਸਾਨੂੰ ਦਿੱਤਾ, ਤੀਸਰੇ ਪਾਤਸ਼ਾਹ ਕਹਿੰਦੇ ਉਹੀ ਗੁਰਮਤ ਦੁਆਰਾ ਅਮਰ, ਉਹੀ ਤਾਂ ਗੁਰਮਤ ਹੈ, ਉਹੀ ਤਾਂ ਹੁਕਮ ਹੈ। ਦਾਸ, ਕਿ ਮੈਂ ਉਸ ਹੁਕਮ ਨੂੰ ਮੰਨ ਕੇ ਕਰਤਾਰ ਕੀਓ ਬਸ। ਜਦੋਂ ਮੈਂ ਉਸ ਹੁਕਮ ਨੂੰ ਮੰਨਿਆ ਤਾਂ ਕਰਤਾਰ ਨੇ ਮੈਨੂੰ ਆਪਣੇ ਵਸ ਵਿੱਚ ਕਰ ਲਿਆ। ਕੀਓ ਬਸ, ਅਰ ਜਿਹੜਾ ਕਰਤਾਰ ਸੀ, ਮੇਰਾ ਮੂਲ ਸੀ, ਉਹਨੇ ਮੈਨੂੰ ਆਪਣੇ ਵਸ ਵਿੱਚ ਕਰ ਲਿਆ। ਮੈਂ ਉਹਦੇ ਅਧੀਨ ਹੋ ਗਿਆ, ਮੈਂ ਉਹਦਾ ਗੁਲਾਮ ਹੋ ਗਿਆ। ਮੁੱਲ ਖਰੀਦੀ ਲਾਲਾ ਗੋਲਾ, ਮੈਂ ਉਹਦਾ ਗੋਲਾ ਬਣ ਗਿਆ। ਮੈਂ ਆਪਣਾ ਆਪਾ ਛੱਡਤਾ, ਉਹਦੇ ਵਿੱਚ ਮੈਂ ਸਮਾ ਗਿਆ। ਕੀਓ ਬਸ, ਉਹਨੇ ਮੈਨੂੰ ਵਾਚ ਕਰ ਲਿਆ। ਵਾਹ ਵਾਹ ਕਰ ਧਿਆਇਓ। ਕਹਿੰਦੇ ਜਦੋਂ ਮੈਂ ਉਹਦੇ ਵਾਚ ਕੀਤਾ, ਕਹਿੰਦਾ ਫਿਰ ਮੇਰੇ ਅੰਦਰ ਨਿਕਲਿਆ ਵਾਹ ਵਾਹ, ਵੀ ਆਹ ਮੇਰਾ ਅਸਲੀ ਸਰੂਪ, ਸੁਰਿੰਦਰ ਸਰੂਪ, ਆਹ ਮੇਰਾ ਅਸਲੀ ਨਿੱਜ ਸਰੂਪ ਹੈ। ਕਰ ਧਿਆਇਓ। ਕਹਿੰਦੇ ਫਿਰ ਮੇਰੇ ਧਿਆਨ ਚ ਆਈ ਗੱਲ, ਵੀ ਮੈਂ ਤਾਂ ਆਹ ਚੀਜ਼ ਹਾਂ, ਮੈਂ ਤਾਂ ਖੁਦ ਹੀ ਚੇਤਨ ਬ੍ਰਹਮ ਹਾਂ, ਪੂਰਨ ਬ੍ਰਹਮ ਹਾਂ, ਪਾਰ ਬ੍ਰਹਮ ਹਾਂ, ਆਤਮ ਚੀਨ। ਕਹਿੰਦੇ ਜਦੋਂ ਮੈਂ ਆਪਣੇ ਆਪ ਨੂੰ ਖੋਜਿਆ, ਪਰਮਾਤਮਾ ਸੋਈ, ਕਹਿੰਦੇ ਮੈਂ ਤਾਂ ਪਰਮਾਤਮਾ, ਮੈਂ ਤਾਂ ਸਾਰੀ ਜ਼ਿੰਦਗੀ ਮਾਇਆ 'ਚ ਗੁਜ਼ਾਰਤੀ। ਸੋ ਮਾਇਆ ਦੇ ਵਿੱਚ ਤਾਂ ਮੇਰਾ ਕੁਛ ਵੀ ਨਹੀਂ ਹੈ। ਸੋ ਸਾਰਾ ਜੀਵਨ ਹੁਕਮ ਦੇ ਵਿੱਚ ਹੀ ਬਤੀਤ ਕੀਤਾ। ਸੋ ਇਹਨਾਂ ਵਚਨਾਂ ਤੋਂ ਹੇ ਮੇਰੇ ਮਨਾ, ਇਸ ਗੱਲ ਦੀ ਪੂਰਨ ਸੋਝੀ ਆ ਜਾਂਦੀ ਹੈ ਕਿ ਜੋ ਕੁਛ ਵੀ ਵਸ ਹੈ ਉਹ ਪਰਮੇਸ਼ਰ ਦੇ ਵਸ 'ਚ, ਨਾ ਕਿ ਕਿਸੇ ਭਗਤ ਦੇ। ਭਗਤ ਤਾਂ ਹੱਥ ਜੋੜੀ ਖੜੇ ਹੈ। ਭਗਤ ਹੈ ਸਾਡਾ ਮੂਲ। ਮਨ ਨੇ ਭਗਤ ਦੀ ਸ਼ਰਨ ਵਿੱਚ ਜਾਣਾ ਹੈ। ਜਦੋਂ ਮਨ ਭਗਤ ਦੀ ਸ਼ਰਨ ਵਿੱਚ ਚਲਾ ਜਾਂਦਾ, ਫਿਰ ਇਹ ਖੁਦ ਭਗਤ ਬਣ ਜਾਂਦਾ ਹੈ, ਉਹਦਾ ਹੀ ਸਰੂਪ ਬਣ ਜਾਂਦਾ ਹੈ। ਫਿਰ ਜਿਹੜਾ ਭਗਤ ਹੈ, ਭਗਤ ਫਿਰ ਆਰਾਧਨਾ ਕਰਦਾ ਹੈ ਹੁਕਮ ਦੀ, ਕਿ ਮੈਨੂੰ ਹੁਣ ਹੁਕਮ ਬਖਸ਼ ਕਿ ਮੈਂ ਕੀ ਕਰਾਂ। ਫਿਰ ਪਰਮੇਸ਼ਰ ਹੈ, ਵਾ ਸੱਚਖੰਡ ਹੈ, ਜਾਂ ਜਿਹੜਾ ਇਹਦੇ ਹਿਰਦੇ 'ਚ ਨਾਮ ਪਿਆ, ਉਹ ਪ੍ਰਗਟ ਹੋ ਜਾਂਦਾ ਹੈ। ਉਹ ਹੈ ਦਰਗਾਹੀ ਬਾਣੀ, ਉਹ ਹੈ ਤੁਰਕੀ ਬਾਣੀ, ਉਹ ਹੈ ਅਨਹਦ ਨਾਦ, ਉਹ ਹੈ ਅਨਹਤ ਬਾਣੀ, ਉਹ ਹੈ ਗੁਣ ਬਾਣੀ, ਉਹ ਹੈ ਪ੍ਰਭ ਬਾਣੀ, ਉਹ ਹੈ ਗੋਬਿੰਦ ਬਾਣੀ, ਉਹ ਹੈ ਨਿਰੰਕਾਰ। ਉਹਦਾ ਕੋਈ ਰੂਪ ਰੇਖ ਰੰਗ ਨਹੀਂ, ਕੋਈ ਸਰੂਪ ਨਹੀਂ, ਕੋਈ ਉਹਦਾ ਆਕਾਰ ਨਹੀਂ ਹੈਗਾ, ਕੋਈ ਵੀ ਪਾਰਾਵਾਰ ਨਹੀਂ ਹੈ। ਉਹ ਬਸ ਜਿਸ ਨੂੰ ਸੁਣ ਗਿਆ, ਸੁਣ ਗਿਆ, ਉਹਦਾ ਹੀ ਜੀਵਨ ਸਫਲ ਹੁੰਦਾ। ਉਹੀ ਵਿਰਲੇ ਗਿਣੇ ਜਾਂਦੇ ਆ। ਹੇ ਮੇਰੇ ਮਨਾ, ਗੁਰਬਾਣੀ ਤੋਂ ਬਿਨਾਂ ਤੂੰ ਕਿਸੇ ਹੋਰ ਗੱਲ ਵੱਲ ਨਾ ਜਾ। ਜੋ ਗੁਰਬਾਣੀ ਕਹਿ ਰਹੀ ਹੈ ਉਸ ਗੱਲ ਦੀ ਬਹੁਤ ਬਰੀਕੀ ਨਾਲ ਵਿਚਾਰ ਕਰ। ਕੱਲੇ ਕੱਲੇ ਬਚਨ ਨੂੰ ਹਰ ਇੱਕ ਐਂਗਲ ਤੋਂ ਵਿਚਾਰ ਕੇ ਇੱਥੇ ਸੱਚੇ ਪਾਤਸ਼ਾਹ ਮੈਨੂੰ ਕਹਿਣਾ ਕੀ ਚਾਹੁੰਦੇ ਹੈ। ਤੈਨੂੰ ਉਪਦੇਸ਼ ਹੈ, ਨਾ ਕਿ ਕਿਸੇ ਨੂੰ ਉਪਦੇਸ਼ ਹੈ। ਪਹਿਲਾਂ ਆਪ ਆਪਣੇ ਮਨ ਨੂੰ ਮਾਇਆ ਚੋਂ ਬਾਹਰ ਕੱਢ, ਫਿਰ ਤੇਰਾ ਜੀਵਨ ਸਫਲ ਹੋਊਗਾ, ਨਹੀਂ ਤਾਂ ਅਸਫਲ ਹੋ ਕੇ ਜੀਵਨ ਬਤੀਤ ਕਰੇਗਾ ਤੂੰ। ਸੋ ਤੂੰ ਆਪਣੇ ਮੂਲ ਨੂੰ ਪਛਾਣ। ਜਦ ਤੂੰ ਮੂਲ ਨੂੰ ਪਛਾਣ ਲੇਗਾ ਤਾਂ ਫਿਰ ਇਸ ਭਵ ਸਾਗਰ ਚੋਂ ਨਿਕਲ ਜਾਵੇਗਾ।
ਸੋ ਸਾਨੂੰ ਗੁਰਬਾਣੀ ਤੋਂ ਸੋਝੀ ਲੈਣੀ ਚਾਹੀਦੀ ਹੈ। ਐਵੇਂ ਹਰ ਇੱਕ ਗੱਲ ਨੂੰ ਸੁਣ ਕੇ ਨਹੀਂ ਮੰਨ ਲੈਣਾ ਚਾਹੀਦਾ। ਉਹ 'ਤੇ ਪੂਰੀ ਵਿਚਾਰ ਕਰੋ ਵੀ ਇਹ ਗੱਲ ਹੋ ਵੀ ਸਕਦੀ ਹੈ, ਤੇ ਫਿਰ ਉਹਦੀ ਪੂਰੀ ਵਿਚਾਰ ਕਰਕੇ ਉਹ 'ਤੇ ਨਿਰਣਾ ਕਰਕੇ ਫਿਰ ਅਗਲੇ ਨਾਲ ਗਾਹਾਂ ਵਿਚਾਰ ਕਰੋ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸੀ। ਵਿਚਾਰ ਕਰਦੇ ਪਾਸੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਤਾਂ ਜ਼ਰੂਰ ਸੋਝੀ ਬਖਸ਼ਿਓ। ਦਾਸ ਸੋਝੀ ਪ੍ਰਾਪਤ ਕਰਨ ਲਈ ਹਾਜ਼ਰ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ